ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੇ ਅੱਜ ਮੈਂ ਤੁਹਾਨੂੰ ਇੱਕ ਐਸੀ ਮਲਟੀ ਟੈਲੈਂਟਡ ਪਰਸਨੈਲਿਟੀ ਦੇ ਨਾਲ ਰੂਬਰੂ ਕਰਾਉਣਾ ਜਿਨ੍ਹਾਂ ਨੂੰ ਤੁਸੀਂ ਸ਼ਾਇਦ ਅਕਸਰ ਹੀ ਦੇਖਿਆ ਹੋਏਗਾ, ਸਰਚ ਕਰਨ ਤੇ ਹੀ ਉਹ ਮਿਲ ਜਾਂਦੇ ਨੇ YouTube ਤੇ। ਸੋ ਮੇਰੀ ਮੁਰਾਦ ਹੈ ਮੋਹਨ ਕੀ ਮੀਰਾ, IAS ਆਫਿਸਰ ਰਾਖੀ ਗੁਪਤਾ ਜੀ ਮੇਰੇ ਨਾਲ ਮੌਜੂਦ ਹੈਗੇ ਨੇ। ਸੋ ਬਹੁਤ ਬਹੁਤ ਸਵਾਗਤ ਹੈ ਮੈਮ ਤੁਹਾਡਾ ਨਿਊਜ਼ 18 ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਮੈਮ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਐਂਡ ਜ਼ਰੂਰ ਮੈਂ ਵਿਸ਼ ਕਰੂੰਗੀ ਕਿ ਆਪਾਂ ਇੰਟਰਵਿਊ ਦੀ ਸ਼ੁਰੂਆਤ ਹੀ ਉਹਦੇ ਤੋਂ ਕਰੀਏ ਜਿਸ ਕਰਕੇ ਅਸੀਂ ਅੱਜ ਫਿਰ ਇਕੱਠੇ ਹੋਏ ਹਾਂ। ਸੋ ਮੈਮ ਦਾ ਇੱਕ ਭਜਨ ਆਇਆ, ਮੈਂ ਤੁਹਾਨੂੰ ਦੱਸ ਦਿੰਦੀ ਕਿ ਡਿਵੋਸ਼ਨਲ ਸੌਂਗਸ ਅਕਸਰ ਹੀ ਸੁਣਨ ਨੂੰ ਮਿਲਦੇ ਨੇ ਮੈਮ ਦੀ ਜ਼ੁਬਾਨੀ। ਸੋ ਇੱਕ ਹੋਰ ਸੌਂਗ ਦੇ ਨਾਲ ਮੈਮ ਨੇ ਦਰਸ਼ਕਾਂ ਦੀ ਝੋਲੀ ਪਾਇਆ ਡਿਵੋਸ਼ਨਲ ਸੌਂਗ। ਸੋ ਮੈਮ ਇੱਕ ਵਾਰ ਜ਼ਰੂਰ ਤੁਸੀਂ ਵਿਊਅਰਸ ਨੂੰ ਸੁਣਾਓ ਜਿਹੜਾ ਤੁਸੀਂ ਇੱਕ ਹੋਰ ਨਵਾਂ ਗਾਣਾ ਲੈ ਕੇ ਆਏ ਹੋ। ਮੈਂ ਉਹਦੀ 2 ਲਾਈਨਾਂ ਗਾ ਦਿੰਦੀ ਹਾਂ। ऐसो मन होए उठाए लाऊं कनिया मेरो, ऐसो मन होए, ऐसो मन होए उठाए लाऊं कनिया मेरो, ऐसो मन होए। बहुत अच्छा है। मैं तो मैम पूरा देख के आई हूँ, मैंने तो बहुत अच्छा लगा सीरियसली। सो मैम मैं ज़रूर जानना चाहूँगी कि दोबारा सबब किवें बनया शूट करन दा। ਦੁਬਾਰਾ ਮਨਪ੍ਰੀਤ ਸਬਬ ਇੱਦਾਂ ਬਣ ਗਿਆ ਕਿ ਤੁਸੀਂ ਸਾਰਿਆਂ ਨੇ ਜਦੋਂ ਮੇਰਾ ਪਹਿਲਾ ਇੰਟਰਵਿਊ ਲਿਆ ਸੀਗਾ ਤੇ ਮੈਨੂੰ ਇੰਨਾ ਉਕਸਾਦਾ ਕਿ ਮੈਮ ਇਹ ਰਾਧਾ ਜੀ ਦਾ ਹੋ ਗਿਆ, ਹੁਣ ਕ੍ਰਿਸ਼ਨ ਜੀ ਵੀ ਨਾਲ ਆਉਂਦੇ ਨੇ ਤੇ ਇਸ ਕਰਕੇ ਮੈਨੂੰ ਲੱਗਾ ਇੱਕ ਨੈਚੁਰਲ ਚੋਇਸ ਸੀ। ਐਂਡ ਕ੍ਰਿਸ਼ਨ ਜੀ ਕਿਉਂਕਿ ਇਹ ਭਜਨ ਬਹੁਤ ਹੀ ਇੱਕ ਇਹੋ ਜਿਹਾ ਭਜਨ ਹੈਗਾ ਜਿਹੜਾ ਮੇਰੇ ਨਾਨਾ ਤੋਂ ਮੈਨੂੰ ਵਰਡਸ ਇਹਦੇ ਮਿਲੇ। ਔਰ ਮੈਂ ਜਦੋਂ ਵੀ ਜਾਂਦੀ ਸੀਗੀ ਆਪਣੀ ਸਮਰ ਵੈਕੇਸ਼ਨਸ ਦੇ ਵਿੱਚ ਆਪਣੇ ਨਾਨਕੇ ਜਾਂਦੀ ਸੀਗੀ ਤੇ ਉਹ ਮੈਨੂੰ ਜ਼ਰੂਰ ਕਹਿੰਦੇ ਸੀ ਕਿ ਬੇਟਾ ਗਾ ਕੇ ਸੁਣਾਓ। ਤੇ ਮੈਂ ਬਚਪਨ ਤੋਂ ਇਹ ਵੀ ਗੁਣਗੁਣਾ ਰਹੀ ਹੂੰ ਤੇ ਹੁਣ ਮੈंने ਕਿਹਾ ਜਦੋਂ ਕ੍ਰਿਸ਼ਨ ਜੀ ਦੀ ਗੱਲ ਹੈ, ਕਿਉਂਕਿ ਰਾਧਾ ਜੀ ਦੀ ਹੋ ਚੁੱਕੀ ਸੀਗੀ ਤੇ ਆਪਾਂ ਕ੍ਰਿਸ਼ਨ ਜੀ ਵੀ ਕਰ ਲਈਏ ਤੇ ਇਸ ਕਰਕੇ ਇਸ ਭਜਨ ਦਾ ਸਬਬ ਬਣ ਗਿਆ ਆਈ ਥਿੰਕ। ਸੋ ਮੈਮ ਮੈਂ ਜ਼ਰੂਰ ਇਹ ਜਾਣਨਾ ਚਾਹੂੰਗੀ ਥੋੜ੍ਹਾ ਜਿਹਾ ਬਿਹਾਈਂਡ ਦਾ ਸੀਨ ਕਿ ਜਦੋਂ ਸ਼ੂਟ ਚੱਲ ਰਿਹਾ ਸੀ ਉਹ ਜਿਹੜੇ ਸ਼ਾਰਟਸ ਚੱਲ ਰਹੇ ਸੀ ਕਿੰਨੇ ਪਿਆਰੇ ਪਿਆਰੇ ਵਿੱਚ ਸ਼ਾਰਟਸ ਨੇ, ਤੁਹਾਡਾ ਡਰੈਸਅਪ, ਤੁਹਾਡੀਆਂ ਲੁੱਕ, ਸਟਾਈਲਿਸਟ ਕੌਣ ਸੀ ਤੁਹਾਡਾ, ਕਿੰਨੇ ਸਟਾਈਲ ਕੀਤਾ ਤੁਹਾਨੂੰ, ਕਿੰਨੇ ਡਾਇਰੈਕਟ ਕੀਤਾ, ਮਤਲਬ ਖੂਬਸੂਰਤ ਵੀਡੀਓ ਨਿਕਲ ਕੇ ਬਾਹਰ ਆਈ ਹੈ। ਇਹ ਅਗੇਨ ਮੈਂ ਉਹੀ ਕਹੂੰਗੀ ਜਿਹੜੀ ਮੈंने ਪਿਛਲੀ ਵਾਰੀ ਵੀ ਗੱਲ ਕੀਤੀ ਸੀਗੀ कि ये सारी चीज़ें वृंदावन जाके मथुरा जाके मैनू लगता है आप ही नेचुरली आ जाते हैं। ऑफ कोर्स चॉइस ऑफ कलर इहो जिहा कुछ थोड़ा जिहा मैनू भी आइडिया है क्योंकि मैं नेशनल इंस्टीट्यूट ऑफ फैशन टैक्नोलॉजी दिल्ली की डायरैक्टर भी रह चुकी हाँ। उत्थे थोड़ा बहुता फैशन सेंस सानू भी आ गया। एंड मैनू लगता है कि एक कुदरती जी गल है कि जदों कृष्ण जी की गल होवे, राधा जी की गल होवे ते ਉਹਦੇ ਵਿੱਚ ਸ਼ਿੰਗਾਰ ਰਸ ਜਿਹੜਾ ਹੈ ਉਹਦੇ ਵਿੱਚ ਥੋੜ੍ਹਾ ਤਿਆਰ ਹੋਣਾ, ਇਹ ਸਾਰੀ ਚੀਜ਼ਾਂ ਇਨਕਲੂਡਡ ਹੋ ਜਾਂਦੀਆਂ ਅਤੇ ਮੈਨੂੰ ਲੱਗਾ ਕਿ ਜੇ ਇਹਨੂੰ ਆਪਾਂ ਫੀਕਾ ਦਿਖਾਈਏ ਤਾਂ ਉਹ ਪਿਆਰ, ਉਹ ਮੁਹੱਬਤ, ਉਹ ਜਜ਼ਬਾਤ ਨਿਕਲ ਕੇ ਬਾਹਰ ਨਹੀਂ ਆਉਣਗੇ ਅਤੇ ਇਸ ਕਰਕੇ ਕਲਰਸ ਦਿਖਾਣੇ ਬਹੁਤ ਜ਼ਰੂਰੀ ਨੇ। ਸੋ ਮੈਮ ਸਾਵਨ ਦਾ ਮਹੀਨਾ ਚੱਲ ਰਿਹਾ ਜਿਵੇਂ, ਸੋ ਸਾਵਨ ਦੇ ਮਹੀਨੇ ਦੇ ਖਾਸ ਮੌਕੇ 'ਤੇ ਤੁਸੀਂ ਡਿਵੋਸ਼ਨਲ ਸੌਂਗ ਰਿਲੀਜ਼ ਕੀਤਾ। ਕੀ ਐਵੇਂ ਹੋਇਆ ਕਿ ਪਹਿਲਾਂ ਦਾ ਸ਼ੂਟ ਕੀਤਾ ਪਿਆ ਹੋਵੇ ਜਾਂ ਫਿਰ ਸਪੈਸ਼ਲੀ ਸਾਵਨ ਲਈ ਹੀ ਸ਼ੂਟ ਹੋਇਆ ਸੀ? ਪਹਿਲਾਂ ਦਾ ਸ਼ੂਟ ਹੋਇਆ ਸੀਗਾ, ਤੁਹਾਨੂੰ ਪਤਾ ਹੈ ਕਰੋਨਾ ਦੇ ਲੋਕਡਾਊਨ ਆਉਂਦੇ ਰਹੇ ਨੇ ਅਤੇ ਅਸੀਂ ਉਦੋਂ ਤੋਂ ਬਿਲਕੁਲ ਸ਼ੂਟ ਨਹੀਂ ਕਰ ਪਾਏ ਅਤੇ ਮੇਰੇ ਕੋਲ ਟਾਈਮ ਵੀ ਬਹੁਤ ਹੀ ਘੱਟ ਹੁੰਦਾ ਹੈ। ਐਕਚੁਅਲੀ ਮੈਨੂੰ ਵੀ ਆਪ ਵਿਸ਼ਵਾਸ ਨਹੀਂ ਹੁੰਦਾ ਕਿ ਇੱਕ ਦਿਨ ਦੇ ਵਿੱਚ ਕਿੱਦਾਂ ਮੈਂ ਇਹ ਸਾਰਾ ਸ਼ੂਟ ਕਰ ਲਿਆ ਅਤੇ ਘੱਟ ਤੋਂ ਘੱਟ ਮੈंने 3-4 ਕੋਸਟਿਊਮਸ ਉੱਥੇ ਫਟਾਫਟ ਚੇਂਜ ਕਰਕੇ ਕੀਤਾ ਕਿਉਂਕਿ ਟਾਈਮ ਬਹੁਤ ਘੱਟ ਸੀਗਾ। ਐਂਡ ਮੈਨੂੰ ਇਹ ਸੀਗਾ ਕਿ ਕੰਮ ਦੇ ਰੁਝੇਵੇਂ ਦੇ ਵਿੱਚੋਂ ਆਪਾਂ ਇਹ ਥੋੜ੍ਹਾ ਜਿਹਾ ਟਾਈਮ ਕੱਢਣਾ ਸੀਗਾ ਅਤੇ ਲੇਕਿਨ ਇੱਕ ਦਿਨ ਦੇ ਵਿੱਚ ਆਪਾਂ ਕਰ ਲਿਆ ਮੈਨੇਜ ਇਹਨੂੰ ਔਰ ਇਹ ਮੇਰੇ ਖਿਆਲ 'ਚ ਹੁਣ ਠੀਕ ਠਾਕ ਨਿਕਲ ਕੇ ਆਇਆ। ਹਾਲਾਂਕਿ ਉਸ ਦਿਨ ਜਿਸ ਦਿਨ ਮੈਂ ਕੀਤਾ ਸੀਗਾ ਮੈਂ ਬਹੁਤ ਜ਼ਿਆਦਾ ਥਕਾਨ ਮਹਿਸੂਸ ਵੀ ਕੀਤੀ, ਅਸਲੀਅਤ ਇਹ ਹੈਗੀ ਔਰ ਕੋਈ ਇੰਨਾ ਪ੍ਰੋਫੈਸ਼ਨਲ ਤਰੀਕੇ ਨਾਲ ਨਹੀਂ ਸੋਚਿਆ ਸੀਗਾ। ਸਾਉਣ ਦਾ ਮਹੀਨਾ ਹੁਣ ਕੁਦਰਤੀ ਉਹੀ ਲੋਕਡਾਊਨ ਦੇ ਬਾਅਦ ਐਡੀਟਿੰਗ ਔਰ ਬੜੀ ਚੀਜ਼ਾਂ ਹੁੰਦੀਆਂ ਬਾਅਦ 'ਚ ਸਾਨੂੰ ਪਤਾ ਲੱਗਦਾ ਹੈ ਅਤੇ ਇਸ ਸਭ ਕਰਦੇ ਕਰਦੇ ਹੁਣ ਕੁਛ ਕੁਦਰਤੀ ਇਸੀ ਟਾਈਮ 'ਤੇ ਹੀ ਕੋਇੰਸੀਡੈਂਸ 'ਤੇ ਆ ਗਿਆ ਮੈਨੂੰ ਲੱਗਦਾ ਹੀ ਹੈ। ਸੋ ਮੈਮ ਕੋਵਿਡ ਦੀ ਤੁਸੀਂ ਗੱਲ ਕੀਤੀ ਹੈ, ਕੋਵਿਡ ਦੌਰ ਦੇ ਵਿੱਚ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਤੁਹਾਡੇ ਦੁਆਰਾ ਕਿਹੜੀਆਂ ਰਿਸਪੌਂਸਿਬਿਲਿਟੀਜ਼ ਨਿਭਾਈਆਂ ਗਈਆਂ ਔਰ ਕਿਸ ਤਰ੍ਹਾਂ ਦੀਆਂ ਸਿਚੁਏਸ਼ਨਸ ਤੁਸੀਂ ਫੇਸ ਕੀਤੀਆਂ ਕੋਵਿਡ ਦੌਰ 'ਚ? ਕੋਵਿਡ ਦਾ ਤਾਂ ਜਿਹੜਾ ਦੌਰ ਐਤਕੀ ਆਇਆ ਲੋਕਡਾਊਨ ਸੈਕਿੰਡ 'ਚ ਥੋੜ੍ਹਾ ਜਿਹਾ ਅਨਐਕਸਪੈਕਟਡ ਸਾਰਿਆਂ ਲਈ ਸੀਗਾ। ਸਰਕਾਰ ਵੀ, ਅਸੀਂ ਵੀ ਥੋੜ੍ਹਾ ਅਨਐਕਸਪੈਕਟਡ ਕਿਉਂਕਿ ਸਾਨੂੰ ਇਹ ਸੀਗਾ ਕਿ ਸ਼ਾਇਦ ਪਹਿਲਾ ਵਾਲਾ ਆ ਕੇ ਖ਼ਤਮ ਹੋ ਗਿਆ ਔਰ ਲੋਕ ਵੀ ਇਸ ਤਰ੍ਹਾਂ ਬਿਹੇਵ ਆਪਾਂ ਸਾਰੇ ਕਰਨ ਲੱਗ ਗਏ ਸੀਗੇ, ਆਪਾਂ ਵੀ ਸੁਸਾਇਟੀ ਦੇ ਵਿੱਚੋਂ ਹੀ ਹੈਗੇ ਅਤੇ ਮੈਨੂੰ ਲੱਗਦਾ ਲੇਕਿਨ ਜਦੋਂ ਸੈਕਿੰਡ ਵਾਲਾ ਆਇਆ ਫੇਜ਼ ਔਰ ਉਹ ਇੰਨਾ ਭਿਆਨਕ ਆਇਆ ਔਰ ਇੰਨੇ ਯਾਰ ਦੋਸਤ ਮਿੱਤਰ ਅਕੁਆਇੰਟੈਂਸ ਰਿਲੇਟਿਵ ਜਾਣਕਾਰ ਅਸੀਂ ਸਾਰਿਆਂ ਨੇ ਖੋਏ ਨੇ
ਬਹੁਤ ਦੁੱਖ ਦਾ ਦੌਰ ਸੀਗਾ। ਉਸ ਦੇ ਦੌਰਾਨ ਬਸ ਇੱਛਾ ਇਹੀ ਸੀਗੀ ਕਿ ਸਾਰਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਾਹਤ ਆਪਾਂ ਪਹੁੰਚਾ ਸਕੀਏ। ਤੋ ਜੋ ਵੀ ਸਾਡਾ ਫਰਜ਼ ਸੀਗਾ, ਸਰਕਾਰੀ, ਗੈਰ ਸਰਕਾਰੀ, ਪ੍ਰਾਈਵੇਟ, ਪਰਸਨਲ ਤੌਰ 'ਤੇ ਅਸੀਂ ਕੋਸ਼ਿਸ਼ ਕੀਤੀ ਪੂਰੀ ਨਿਭਾਉਣ ਦੀ। ਔਰ ਇੱਕ ਬੜੇ ਵਧੀਆ ਚੀਜ਼ ਹੋਈ ਕਿ ਸਾਡੇ ਜਿੰਨੇ ਰੈਜ਼ੀਡੈਂਟ ਕਮਿਸ਼ਨਰ ਪੂਰੇ ਸਟੇਟਾਂ ਦੇ ਦਿੱਲੀ 'ਚ ਸੀਗੇ, ਅਸੀਂ ਸਾਰਿਆਂ ਨੇ ਹੱਥ ਜੋੜ ਲਏ, ਇੱਕ ਨਾਲ ਹੋ ਗਏ, एकजुट ਹੋ ਗਏ। ਔਰ ਜਿਸ ਸਟੇਟ ਦਾ ਵੀ ਜਿਹੜਾ ਬੰਦਾ ਜਿਹੜੀ ਦੂਜੀ ਸਟੇਟ 'ਚ ਫਸਾ ਹੁੰਦਾ ਸੀਗਾ, ਅਸੀਂ ਕੋਸ਼ਿਸ਼ ਕਰਦੇ ਸੀਗੇ ਇੱਕ ਦੂਸਰੇ ਦੀ ਮਦਦ ਕਰਨ ਦੀ। ਅਤੇ ਇਹ ਉਹ ਸਰਕਾਰ ਤੋਂ ਥੋੜ੍ਹਾ ਉੱਤੇ ਹਟ ਕੇ ਆਪਾਂ ਕੋਸ਼ਿਸ਼ ਕੀਤੀ ਸਾਰਿਆਂ ਨੇ, ਹਿਊਮੈਨਿਟੇਰੀਅਨ ਕਾਜ਼ ਲਈ ਕੀਤੀ। ਔਰ ਇਹਦੀ ਸ਼ਲਾਘਾ ਵੀ ਬਹੁਤ ਹੋਈ ਕਿਉਂਕਿ ਇਹੋ ਜਿਹਾ ਟਾਈਮ ਅਸੀਂ ਕਿਸੇ ਨੇ ਸੋਚਿਆ ਨਹੀਂ ਥਾ। ਸਰਕਾਰ ਹਰ ਚੀਜ਼ ਬੜੀ ਪਲੈਨਿੰਗ ਨਾਲ ਕਰਦੀ ਹੈ ਅਤੇ ਇਹੋ ਜਿਹੀ ਅਨਪਲੈਨਡ ਇਵੈਂਟ ਆਈਟਨਰੀ 'ਚ ਸੀਗਾ ਨਹੀਂ। ਅਤੇ ਉਸ ਨੂੰ ਫੇਸ ਕਰਨਾ ਇੱਕ ਬਹੁਤ ਕਠਿਨ, ਇੱਕ ਬਹੁਤ ਚੈਲੰਜਿੰਗ ਟਾਸਕ ਸੀਗਾ। ਲੇਕਿਨ ਮੇਰੇ ਖਿਆਲ 'ਚ ਅਸੀਂ ਇਸੀ ਲਈ ਬਣੇ ਹਾਂ ਕਿ ਜਦੋਂ ਚੈਲੰਜਸ ਆਉਣ ਉਹਨਾਂ ਦਾ ਡਟ ਕੇ ਸਾਹਮਣਾ ਕੀਤਾ ਜਾਏ। ਅਸੀਂ ਕੀਤਾ। ਅਤੇ ਲੇਕਿਨ ਉਸ ਤੋਂ ਬਾਅਦ ਮੈਨੂੰ ਲੱਗਾ ਜਦੋਂ ਥੋੜ੍ਹਾ ਜਿਹਾ ਮਾਹੌਲ ਠੀਕ ਹੋਇਆ, ਮੈਂ ਫਿਰ ਥੋੜ੍ਹਾ ਜਿਹਾ ਸੋਚਿਆ ਕਿ ਹੁਣ ਮੈਨੂੰ ਵੀ ਆਪਣੇ ਆਪ ਨੂੰ ਰਿਪਲੈਨਿਸ਼ ਔਰ ਰੀਜੂਵਨੇਟ ਕਰਨਾ ਚਾਹੀਦਾ। ਤਾਂ ਇਸ ਕਰਕੇ ਮੈंने ਭਜਨ ਇਸ ਵੇਲੇ ਕੀਤਾ। ਸੋ ਆਸਮਾਨ ਤੇ ਪਹੁੰਚਣ ਤੋਂ ਬਾਅਦ ਉਹ ਪਰਸਨੈਲਿਟੀ ਜੋ ਸਟਿਲ ਡਾਊਨ ਟੂ ਅਰਥ ਹੈ ਔਰ ਭਗਵਾਨ ਦੇ ਨਾਲ ਵੀ ਜੁੜੇ ਹੋਏ ਹੋ ਤੁਸੀਂ। ਸੋ ਮੈਮ ਸਿੰਗਿੰਗ ਦੇ ਵੱਲ ਇੱਕ ਵਾਰ ਫਿਰ ਤੋਂ ਮੈਂ ਵਾਪਸ ਆਉਣੀ ਤੁਹਾਡੀ ਸਿੰਗਿੰਗ ਤੇ ਕਿ ਪਹਿਲਾਂ ਵੀ ਤੁਸੀਂ ਰਿਲੀਜ਼ ਕੀਤੇ ਸੀ ਕਾਫੀ ਡਿਵੋਸ਼ਨਲ ਸੌਂਗਸ, ਔਰ ਇਸ ਤੋਂ ਇਲਾਵਾ ਫੈਨਸ ਇਹ ਵੀ ਜਾਣਦੇ ਨੇ ਕਿ ਰਾਖੀ ਗੁਪਤਾ ਬਾਲੀਵੁੱਡ ਸੌਂਗਸ ਵੀ ਗਾਉਂਦੇ ਨੇ। ਸੋ ਬਾਲੀਵੁੱਡ ਸੌਂਗ ਤੁਸੀਂ ਲਾਸਟ ਕਿਹੜਾ ਸੁਣਾਇਆ ਸੀ? ਮੈਨੂੰ ਯਾਦ ਹੈ, ਆਈ ਥਿੰਕ ਲਤਾ ਜੀ ਦਾ ਗਾਇਆ ਸੀਗਾ ਤੁਸੀਂ। ਸੋ ਇਸ ਵਾਰ ਕਿਹੜਾ ਸੁਣਾ ਰਹੇ ਹੋ? मैं तलत अजीज़ जी दी गज़ल एक है, 2 लाइन्स उसकी हम कर रही हूँ। आईना मुझसे मेरी पहली सी सूरत मांगे, मेरे अपने मेरे होने की निशानी मांगे। आईना मुझसे मेरी पहली सी सूरत मांगे। ਸੋ ਮੈਮ ਇੱਕ ਚੀਜ਼ ਹੋਰ ਮੈਂ ਜਾਣਨਾ ਚਾਹੁੰਦੀ ਹਾਂ ਕਿ ਜਦੋਂ ਥੋੜ੍ਹਾ ਜਿਹਾ ਪਿਛੋਕੜ ਵੱਲ ਜਾਊਂਗੀ ਮੈਂ, ਜਦੋਂ ਤੁਸੀਂ IAS ਪ੍ਰਿਪੇਅਰ ਕਰ ਰਹੇ ਸੀ, ਤੁਹਾਡੀ ਸਟਾਰਟਿੰਗ ਹੋਈ, ਤੁਸੀਂ ਜੌਬ ਕਰਨੀ ਸਟਾਰਟ ਕੀਤੀ। ਸੋ ਪੋਸਟਿੰਗ ਮੈਂ ਸਭ ਤੋਂ ਜ਼ਿਆਦਾ ਇਹ ਜਾਣਨਾ ਚਾਹੁੰਦੀ ਕਿ ਤੁਸੀਂ ਆਈ ਥਿੰਕ ਮਾਲਵਾ ਦੇ ਵਿੱਚ ਪੰਜਾਬ 'ਚ ਜ਼ਿਆਦਾ ਕੀਤੀ ਹੈ ਤੁਸੀਂ ਪੋਸਟਿੰਗ, ਜੌਬ ਤੁਸੀਂ ਜ਼ਿਆਦਾ ਟਾਈਮ ਜਿਹੜਾ ਆਪਣਾ ਪੰਜਾਬ ਨੂੰ ਦਿੱਤਾ ਹੈ। ਸੋ ਮੈਂ ਇਹ ਜਾਣਨਾ ਚਾਹੁੰਦੀ ਕਿ ਸਭ ਤੋਂ ਜ਼ਿਆਦਾ ਕਿਹੜੀ ਪੋਸਟਿੰਗ ਜਿਹੜੀ ਤੁਹਾਡੇ ਲਈ ਚੈਲੰਜਿੰਗ ਸੀ, ਟਫ ਸੀ? ਚੈਲੰਜਿੰਗ ਸਾਡੇ ਲਈ ਸਾਰੀ ਪੋਸਟਾਂ ਬਰਾਬਰ ਹੁੰਦੀਆਂ ਕਿਉਂਕਿ ਹਰ ਪੋਸਟ ਦੇ ਆਪਣੇ ਚੈਲੰਜਸ ਹੁੰਦੇ ਨੇ। ਉੱਥੇ ਸਟਾਫ, ਉੱਥੇ ਦਾ ਮਾਹੌਲ, ਉੱਥੇ ਦੇ ਲੋਕੀ, ਉੱਥੇ ਦਾ ਕਲਚਰ, ਟ੍ਰੈਡੀਸ਼ਨ, ਹਰ ਏਰੀਆ ਦਾ ਵੱਖ-ਵੱਖ ਹੁੰਦਾ। ਤੁਹਾਨੂੰ ਪਤਾ ਹੀ ਹੈ, ਤੁਸੀਂ ਸਾਰੇ ਪੰਜਾਬ ਦੇ ਰਹਿਣੇ ਵਾਲੇ ਹੋ। ਲੇਕਿਨ ਕਰਦੇ ਕਰਦੇ ਬਿਲਡਅਪ ਬੜਾ ਵਧੀਆ ਇੱਕ ਤਰੀਕੇ ਨਾਲ ਹੋਇਆ ਕਿ ਜਦੋਂ ਮੇਰੀ ਫੀਲਡ ਦੀ ਡਿਪਟੀ ਕਮਿਸ਼ਨਰ ਫਰੀਦਕੋਟ ਵਾਲੀ ਪੋਸਟਿੰਗ ਆਈ, ਉਦੋਂ ਤੱਕ ਮੈਂ ਮੁਕਤਸਰ, ਪਟਿਆਲਾ, ਲੁਧਿਆਣਾ ਸਭ ਸਰਵ ਕਰ ਚੁੱਕੀ ਸੀਗੀ, ਰਾਮਪੁਰਾ ਫੁੱਲ। ਅਤੇ ਇਸ ਕਰਕੇ ਮੈਨੂੰ ਪੂਰੀ ਮੇਰੀ ਤਿਆਰੀ ਸੀਗੀ ਔਰ ਮੈਂ ਬੜੇ ਵਧੀਆ ਤਰੀਕੇ ਨਾਲ ਫਰੀਦਕੋਟ ਜ਼ਿਲ੍ਹੇ ਨੂੰ ਸਮਝ ਪਾਈ ਔਰ ਉੱਥੇ ਆਪਣੇ ਜਿਹੜੇ ਚੈਲੰਜਸ ਸੀ ਉਹਨਾਂ ਨੂੰ ਹੈਂਡਲ ਕਰ ਪਾਈ ਕਿਉਂਕਿ ਇੱਕ ਟਫ ਜ਼ਿਲ੍ਹਾ ਹੈ ਔਰ ਲੇਡੀਜ਼ ਵਾਸਤੇ, ਕੁੜੀਆਂ ਵਾਸਤੇ ਪਹਿਲੀ ਵਾਰੀ ਸੀਗੀ ਕਿ ਉਹਨਾਂ ਨੇ ਕੋਈ ਲੇਡੀ ਡਿਪਟੀ ਕਮਿਸ਼ਨਰ ਉੱਥੇ ਦੇਖੀ ਸੀਗੀ। ਅਤੇ ਇਸ ਕਰਕੇ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਔਖਾ, ਬੰਦਿਆਂ ਨੂੰ ਔਰ ਲੋਕੀ ਜਿਹੜੇ ਹੁੰਦੇ ਨੇ ਪੰਜਾਬ ਦੇ, ਉਹਨਾਂ ਨੂੰ ਥੋੜ੍ਹਾ ਐਕਸੈਪਟ ਕਰਨ 'ਚ ਮੁਸ਼ਕਿਲ ਆਈ। ਲੇਕਿਨ ਮੈंने ਬੜੇ ਪਿਆਰ ਨਾਲ ਔਰ ਮੈਨੂੰ ਲੱਗਦਾ ਹੈ ਪਰਮਾਤਮਾ ਦੀ ਕਿਰਪਾ ਨਾਲ, ਰੱਬ ਦੀ ਮਿਹਰ ਨਾਲ ਮੈਂ ਇਹ ਕੰਮ ਕਰ ਪਾਈ ਔਰ ਮੈਨੂੰ ਲੋਕਾਂ ਦਾ ਬੜਾ ਵਿਸ਼ਵਾਸ ਉੱਤੇ ਪ੍ਰਾਪਤ ਹੋਇਆ ਔਰ ਬਹੁਤ ਪਿਆਰ ਮਿਲਾ ਉੱਥੇ। ਫਿਰ ਮੈਮ ਤੁਸੀਂ ਕੰਨੜ ਲੈਂਗੁਏਜ ਦੇ ਵਿੱਚ ਆਈ ਥਿੰਕ ਤੁਹਾਡੀ ਟ੍ਰੇਨਿੰਗ ਜਿਹੜੀ ਕੰਪਲੀਟ ਹੋਈ ਸੀਗੀ, ਪਰ ਉਸ ਤੋਂ ਬਾਅਦ ਤੁਸੀਂ ਪੰਜਾਬੀ ਸਿੱਖੀ। ਮੈਂ ਉਹ ਜ਼ਰੂਰ ਇੱਕ ਵਾਰ ਕਿੱਸਾ ਸੁਣਨਾ ਚਾਹੁੰਦੀ ਹਾਂ, ਕਿੰਨਾ ਟਾਈਮ ਲੱਗਾ ਤੁਹਾਨੂੰ ਪੰਜਾਬੀ ਸਿੱਖਣ 'ਤੇ? ਔਰ ਜਦੋਂ ਤੁਸੀਂ ਪੰਜਾਬੀ ਸਿੱਖੀ ਫਿਰ ਫਲੂਐਂਟਲੀ ਬੋਲਣੀ ਸ਼ੁਰੂ ਕੀਤੀ, ਕਿਸ ਤਰ੍ਹਾਂ ਦਾ ਸੀਗਾ ਉਹ ਦੌਰ? ਮੈਂ ਐਕਚੁਅਲੀ ਬਹੁਤ ਸਟੇਟਾਂ 'ਚ ਰਹਿ ਚੁੱਕੀ ਹਾਂ ਇਸ ਕਰਕੇ, ਕਿਉਂਕਿ ਮੇਰੇ ਫਾਦਰ ਵੀ ਆਲ ਇੰਡੀਆ ਸਰਵਿਸਿਜ਼ 'ਚ ਸੀਗੇ ਅਤੇ ਇਸ ਕਰਕੇ ਮੇਰੀ ਪੜ੍ਹਾਈ ਕੁਛ ਤਮਿਲਨਾਡੂ, ਚੇन्नई में भी ਹੋਈ ਹੈ ਅਤੇ ਮੈਨੂੰ ਤਮਿਲ ਵੀ ਮਾੜੀ ਮੋਟੀ ਆਉਂਦੀ ਹੈ। ਅਤੇ ਕੰਨੜਾ ਇਸ ਕਰਕੇ ਕਿਉਂਕਿ ਕਾਡਰ ਮੈਨੂੰ ਕਰਨਾਟਕਾ ਮਿਲਿਆ ਸੀਗਾ, ਲੇਕਿਨ ਹਸਬੈਂਡ ਮੇਰੇ ਪੰਜਾਬ ਦੇ ਨੇ ਔਰ ਮੇਰਾ ਕਾਡਰ ਫਿਰ ਪੰਜਾਬ ਚੇਂਜ ਹੋਇਆ ਅਤੇ ਕੰਨੜ ਥੋੜ੍ਹੀ ਸਿੱਖੀ ਸੀਗੀ। ਲੇਕਿਨ ਫਿਰ ਪੰਜਾਬੀ ਤੋਂ ਜ਼ਹਿਨ ਦੇ ਵਿੱਚ ਉਤਰ ਗਈ ਜਦੋਂ ਆਪਣੀ ਮਾਂ ਬੋਲੀ ਬਣ ਗਈ ਔਰ ਆਪਣੀ ਕਰਮ ਬੋਲੀ ਬਣ ਗਈ, ਅਤੇ ਉਸ ਤੋਂ ਬਾਅਦ ਫਿਰ ਸੋਚਦੇ ਵੀ ਆਪਾਂ ਪੰਜਾਬੀ 'ਚ ਹੀ ਹਾਂ। ਮੈਮ ਫਿਰ ਕਿੰਨਾ ਟਾਈਮ ਲੱਗਾ ਪੰਜਾਬੀ ਸਿੱਖਣ 'ਤੇ? ਮੈਨੂੰ ਐਕਚੁਅਲੀ ਟਾਈਮ ਇਸ ਕਰਕੇ ਸ਼ਾਇਦ ਨਹੀਂ ਲੱਗਿਆ ਕਿਉਂਕਿ ਮੈंने ਉਹਨੂੰ ਛੇਤੀ ਊੜਾ ਐੜਾ ਸਿੱਖਣ ਤੋਂ ਬਾਅਦ ਸਾਨੂੰ ਇੱਕ ਐਗਜ਼ਾਮ ਵੀ ਕਲੀਅਰ ਕਰਨਾ ਹੁੰਦਾ ਅਤੇ ਉਹਦੇ ਲਈ ਮੈਂ ਪੂਰੀ ਮਿਹਨਤ ਕੀਤੀ ਔਰ ਪੂਰੀ ਸ਼ਿੱਦਤ ਨਾਲ ਤਿਆਰੀ ਕੀਤੀ
ਖਾਸ ਤੌਰ 'ਤੇ ਅਖਬਾਰਾਂ 'ਚ ਅਜੀਤ ਜਗਬਾਣੀ ਬੜੇ ਸਾਰੇ ਜਿਹੜੇ ਆਪਣੇ ਵਧੀਆ ਪੰਜਾਬੀ ਦੇ ਅਖਬਾਰ ਹੈ ਉਹ ਪੜ੍ਹਦੀ ਸੀਗੀ। ਈਵਨ ਪੰਜਾਬੀ ਸੀਰੀਅਲ ਦੇਖਦੀ ਸੀਗੀ ਤਾਂ ਕਿ ਮੈਨੂੰ ਪੰਜਾਬ ਦੀ ਜਿਹੜਾ ਲਹਿਜ਼ਾ ਜਿਹੜਾ ਉਹਦਾ ਤਰੀਕਾ ਹੈ, ਜਿਹੜੇ ਉਹਦੀ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਜਿਹੜੀ ਨੋਟਿਸ ਕਰਨੀਆਂ ਹੁੰਦੀਆਂ, ਬਾਡੀ ਲੈਂਗੁਏਜ ਹੁੰਦੀ ਹੈ, ਉਹ ਸਾਰਾ ਮੈਂ ਉਸ ਨੂੰ ਆਪਣੇ ਦਿਲ ਦੇ ਵਿੱਚ ਜ਼ਹਿਨ ਦੇ ਵਿੱਚ ਉਤਾਰਨਾ ਚਾਹੁੰਦੀ ਸੀਗੀ। ਅਤੇ ਮੈंने ਉਹ ਸਭ ਕੀਤਾ ਅਤੇ ਨਾਲ ਆਪਣੇ ਹਸਬੈਂਡ ਨਾਲ ਵੀ ਮੈਂ ਕੋਸ਼ਿਸ਼ ਕੀਤੀ ਕਿ ਪੰਜਾਬੀ 'ਚ ਹੀ ਗੱਲ ਕਰਾਂ। ਅਤੇ ਜਿੱਥੇ ਜਾਂਦੀ ਸੀਗੀ ਉੱਥੇ ਪੰਜਾਬੀ ਗੀਤ, ਪੰਜਾਬੀ ਟੱਪੇ, ਇਹ ਸਾਰਾ ਵੀ ਸੁਣਦੀ ਸੀਗੀ। ਤਾਂ ਮੈਨੂੰ ਜ਼ਿਆਦਾ ਟਾਈਮ ਨਹੀਂ ਲੱਗਾ, ਲੇਕਿਨ ਯੈਸ ਸ਼ੁਰੂ 'ਚ ਕੋਈ ਵੀ ਕੰਮ ਤੁਹਾਨੂੰ ਪਤਾ ਹੀ ਹੈ ਜਦੋਂ ਵਧੀਆ ਕਰਨਾ ਹੁੰਦਾ ਹੈ ਥੋੜ੍ਹਾ ਜਿਹਾ ਐਫਰਟ ਲਾਉਣਾ ਪੈਂਦਾ ਹੈ। ਸੋ ਮੈਮ ਥੋੜ੍ਹਾ ਜਿਹਾ ਮੈਂ ਇਹ ਵਿਸ਼ ਕਰ ਰਹੀ ਹਾਂ ਕਿ ਤੁਸੀਂ ਪੰਜਾਬੀ 'ਚ ਜੇ ਕੁਝ ਸੁਣਾ ਦਿਓ ਤਾਂ ਹੋਰ ਵੀ ਮਜ਼ਾ ਆ ਜਾਏ। ਪੰਜਾਬੀ ਦਾ ਹਦੀਕਾ ਦਾ ਇੱਕ ਬੜਾ ਸੋਹਣਾ ਗਾਣਾ ਹੈ ਜੋ ਮੈਨੂੰ ਬਹੁਤ ਸੋਹਣਾ ਲੱਗਦਾ ਸੀਗਾ। ਇਨਫੈਕਟ ਮੈਨੂੰ ਪੰਜਾਬੀ ਆਉਣ ਤੋਂ ਪਹਿਲਾਂ ਹੀ ਉਹ ਗਾਣਾ ਆਉਂਦਾ ਸੀਗਾ ਅਤੇ ਹੁਣ ਮੈਨੂੰ ਲੇਕਿਨ ਮਤਲਬ ਉਹਦਾ ਸਮਝ ਆਇਆ ਪੰਜਾਬ ਦਾ ਆਉਣ ਤੋਂ ਬਾਅਦ। ਬੂਹੇ ਬਾਰੀਆਂ ਇਹ ਨਾਲੇ ਕੰਧਾ ਟਪਕੇ, ਬੂਹੇ ਬਾਰੀਆਂ ਇਹ ਨਾਲੇ ਕੰਧਾ ਟਪਕੇ, ਆਵਾਂਗੀ ਹਵਾ ਬਣ ਕੇ, ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ। ਸੋ ਮੈਮ ਬਹੁਤ ਬਿਜ਼ੀ ਔਰ ਹੈਕਟਿਕ ਸਕੇਡਿਊਲ ਰਹਿੰਦਾ ਹੈ ਤੁਹਾਡਾ, ਕਿਵੇਂ ਟਾਈਮ ਨੂੰ ਮੈਨੇਜ ਕਰਦੇ ਹੋ, ਕਿਵੇਂ ਚੱਲਦਾ ਤੁਹਾਡਾ ਡੇਲੀ ਲਾਈਫ ਰੂਟੀਨਸ ਕਿਵੇਂ ਚੱਲ ਰਹੀਆਂ ਨੇ, ਔਰ ਹੈਲਥ ਵੱਲ ਧਿਆਨ ਦੇਣਾ ਵੀ ਅੱਜ ਕੱਲ੍ਹ ਓਨਾ ਹੀ ਇੰਪੋਰਟੈਂਟ ਹੋ ਗਿਆ ਜਿੰਨੀ ਡਿਊਟੀ ਇੰਪੋਰਟੈਂਟ ਹੈ। ਸੋ ਕਿਵੇਂ ਚੱਲ ਰਿਹਾ ਸਾਰਾ? ਦੇਖੀਏ ਸਭ ਕੁਛ ਜ਼ਿੰਦਗੀ ਦੇ ਵਿੱਚ ਆਪਣੇ ਆਉਣਾ ਹੁੰਦਾ ਹੈ ਔਰ ਉਹਨੂੰ ਐਕਸੈਪਟ ਕਰਨਾ ਸਿੱਖਣਾ ਚਾਹੀਦਾ। ਸਭ ਤੋਂ ਪਹਿਲੀ ਗੱਲ ਇਹ ਹੈ, ਮੈਨੂੰ ਆਪ ਕੋਵਿਡ ਹੋਇਆ ਸੀਗਾ ਔਰ ਮੈਂ ਹਸਪੀਟਲ 'ਚ ਵੀ ਐਡਮਿਟਡ ਰਹੀ, ਲੇਕਿਨ ਉਸ ਤੋਂ ਬਾਅਦ ਮਨ ਨੂੰ ਬਸ ਇਹੀ ਸਮਝਾਇਆ ਕਿ ਵਾਪਸ ਆਉਣਾ ਹੈ ਔਰ ਲੋਕਾਂ ਦੀ ਸੇਵਾ ਕਰਨੀ ਹੈ, ਲੋਕਾਂ ਨੂੰ ਹੋਰ ਠੀਕ ਕਰਨਾ ਹੈ, ਉਹਨਾਂ ਨੂੰ ਮੋਟੀਵੇਟ ਕਰਨਾ ਹੈ। ਅਤੇ ਮੈਂ ਜਦੋਂ ਖੁਦ ਆਪ ਠੀਕ ਹੋਈ ਔਰ ਮੈਂ ਆ ਕੇ ਬਹੁਤ ਲੋਕਾਂ ਨੂੰ ਇਨਕਰੇਜ ਕੀਤਾ, ਸਟੂਡੈਂਟਸ ਨੂੰ ਇੰਸਪਾਇਰ ਕਰਨ ਦੀ ਕੋਸ਼ਿਸ਼ ਕੀਤੀ ਥਰੂ ਵੈਬੀਨਾਰਸ। ਖਾਸ ਤੌਰ ਸੇ ਇੱਕ ਚੰਡੀਗੜ੍ਹ ਯੂਨੀਵਰਸਿਟੀ ਮੈਂ ਕੀਤਾ ਸੀਗਾ ਇੱਕ ਵੈਬੀਨਾਰ। ਉੱਥੇ ਬੱਚੇ ਜਿਵੇਂ ਕਾਲਜ ਦੇ ਸਟੂਡੈਂਟਸ ਹੈਗੇ ਉਹ ਬਹੁਤ ਪਰੇਸ਼ਾਨ, ਸਾਰੇ ਮਾਯੂਸ ਸੀਗੇ। ਮੇਰੇ ਆਪਣੇ ਵੱਡੇ ਬੱਚੇ ਨੇ ਅਤੇ ਮੈਨੂੰ ਸਮਝ ਸੀਗੀ ਇਸ ਗੱਲ ਦੀ, ਅਤੇ ਮੈਂ ਕੋਸ਼ਿਸ਼ ਕੀਤੀ ਉਹਨਾਂ ਨੂੰ ਇੰਸਪਾਇਰ ਕਰਨ ਦੀ ਕਿ ਕੋਈ ਗੱਲ ਨਹੀਂ, ਪੇਰੈਂਟਸ ਨੂੰ ਕਿਸੇ ਨੂੰ ਕੋਵਿਡ ਹੋਇਆ ਸੀਗਾ, ਕਿਸੇ ਆਪ ਬੱਚੇ ਨੂੰ ਹੋਇਆ ਸੀਗਾ, ਅਤੇ ਉਹਨਾਂ ਨੂੰ ਥੋੜ੍ਹਾ ਪੋਜ਼ੀਟਿਵਿਟੀ ਦੇਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਇਹ ਗੱਲਾਂ ਹੈ, ਲਾਈਫ 'ਚ ਚੈਲੰਜਸ ਹਮੇਸ਼ਾ ਰਹਿਣਗੇ, ਇਹਨਾਂ ਨੂੰ ਸਾਨੂੰ ਫੇਸ ਕਰਨਾ ਆਉਣਾ ਚਾਹੀਦਾ। ਇਹ ਨਹੀਂ ਸੋਚਣਾ ਚਾਹੀਦਾ ਕਿ ਵਿਸ਼ ਅਵੇ ਕਰ ਦਿਓ ਕਿ ਇਹ ਚੀਜ਼ ਸਾਨੂੰ ਹੋਈ ਨਾ, ਉਹ ਆਪਾਂ ਕੰਮ ਬਣਦਾ ਨਹੀਂ ਉਸ ਦੇ ਨਾਲ। ਪ੍ਰੋਬਲਮਸ ਆਉਣਗੀਆਂ, ਉਹਨਾਂ ਨੂੰ ਹੈਡ ਔਨ ਫੇਸ ਕਰਨਾ ਹੈ ਔਰ ਭਾਵੇਂ ਸਟੂਡੈਂਟ ਲਾਈਫ ਹੋਵੇ, ਭਾਵੇਂ ਕਰੀਅਰ ਹੋਵੇ, ਭਾਵੇਂ ਮੈਰਿਜ ਲਾਈਫ ਹੋ, ਹਰ ਪਾਸੇ ਇਹ ਕੁੜੀਆਂ ਲਈ ਵੀ ਮੈਂ ਸਪੈਸ਼ਲ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਚੈਲੰਜਸ ਸਾਡੇ ਕੋਲ ਬਹੁਤੇ ਹਮੇਸ਼ਾ ਆਉਂਦੇ ਰਹਿਣੇ, ਚੈਲੰਜਸ ਤੋਂ ਉਭਰਨਾ ਹੈ। ਆਪਾਂ ਇਹ ਨਹੀਂ ਸੋਚਣਾ ਕਿ ਜੀ ਚੈਲੰਜਸ ਆ ਗਏ ਅਤੇ ਹਾਰ ਮੰਨ ਲਈ, ਅਤੇ ਬਹੁਤ ਅੱਜ ਕੱਲ੍ਹ ਬੱਚੇ ਐਸਕੇਪਿਸਟ ਟੈਂਡੈਂਸੀਜ਼ 'ਤੇ ਪੈ ਜਾਂਦੇ ਆ, ਉਹਦੇ ਨਾਲ ਗੱਲ ਨਹੀਂ ਬਣਨੀ। ਆਪਣੀ ਤਾਕਤ ਨੂੰ, ਆਪਣੇ ਇੰਟਰਸਟ ਨੂੰ, ਆਪਣੇ ਸ਼ੌਕ ਨੂੰ ਅੱਗੇ ਲੈ ਕੇ ਆਓ, ਉਹਦੇ ਨਾਲ ਟਾਈਮ ਸਪੈਂਡ ਕਰੋ ਆਪਣੇ ਇੰਟਰਸਟ ਨਾਲ, ਔਰ ਆਪਣੇ ਨੀਅਰ ਐਂਡ ਡੀਅਰ ਵਨਸ ਖਾਸ ਤੌਰ ਸੇ ਜੋ ਫੈਮਿਲੀ ਹੁੰਦੀ ਹੈ ਉਹਨਾਂ ਦੇ ਨਾਲ ਉਹ ਸਪੋਰਟ ਬਹੁਤ ਵੱਡੀ ਹੁੰਦੀ ਹੈ, ਉਹਨਾਂ ਦੇ ਨਾਲ ਸਪੋਰਟ ਲਓ ਐਂਡ ਇਸ ਤੋਂ ਬਾਹਰ ਨਿਕਲ ਕੇ ਆਓ। तो इस करके ये थोड़ी चीज़ें सीगी जो मैं चाहती हूँ कि आज की यूथ, आज के बच्चे खास तौर से नौजवान ਜਿਹੜੇ ਉਹ ਸਿੱਖਣ। ਜੀ ਬਿਲਕੁਲ ਮੈਮ, ਵੈਸੇ ਹੀ ਤੁਸੀਂ ਸਾਰਿਆਂ ਲਈ ਬਹੁਤ ਵੱਡੇ ਇੰਸਪੀਰੇਸ਼ਨ, ਔਰ ਤੁਹਾਡਾ ਮੈਸੇਜ ਸੁਣ ਕੇ ਜ਼ਰੂਰ ਲੋਕ ਜਿਹੜੇ ਅਮਲ ਕਰਨਗੇ। ਸੋ ਮੈਮ ਇੱਕ ਚੀਜ਼ ਹੋਰ ਮੈਂ ਜਾਣਨੀ ਆ ਤੁਹਾਡੇ ਕੋਲ ਕਿ ਹੋਰ ਵੀ ਕੋਈ ਸਾਈਡ ਰਾਖੀ ਗੁਪਤਾ ਜੀ ਦੀ ਦੇਖਣ ਨੂੰ ਮਿਲ ਸਕਦੀ ਹੈ ਸਾਨੂੰ ਸਿੰਗਿੰਗ ਤੋਂ ਇਲਾਵਾ? ਮੈਂ ਫਿਰ ਕੋਸ਼ਿਸ਼ ਕੀਤੀ ਕੋਵਿਡ ਦੇ ਦੌਰਾਨ ਜਦੋਂ ਕੁਝ ਨਹੀਂ ਕਰ ਸਕਦੇ ਸੀਗੇ, ਤੇ मैंने कोशिश की थी अपने थोड़ी पोइट्री मैं लिख दूँ। तो मैंने कोविड दौरान पोइट्री भी लिखी, तो कुछ छोटे पीसेस खास तौर से हिंदुस्तान टाइम्स ਦੇ ਵਿੱਚ ਤੇ ਕੁਝ ਪਬਲਿਸ਼ ਵੀ ਹੋਏ, ਉਹਨਾਂ ਨੂੰ ਵੀ ਲਿਖਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਰਾਈਟਿੰਗ ਨਾਲ ਗਾਉਣ ਨਾਲ ਜਿਹੜੀ ਵੀ ਇਹ ਸਾਡੇ ਇਮੋਸ਼ਨਸ ਹੁੰਦੇ ਨੇ ਇਹਨਾਂ ਨੂੰ ਇੱਕ ਆਊਟਲੈਟ ਮਿਲ ਜਾਂਦਾ, ਇੱਕ ਕਥਾਰਸਿਸ ਮਿਲ ਜਾਂਦਾ ਹੈ। ਮੈਂ ਇੱਕ ਸਾਈਕੋਲੋਜੀ ਦੀ ਸਟੂਡੈਂਟ ਹੂੰ, ਮਨੋਵਿਗਿਆਨ ਦੀ, ਇਹ ਗੱਲ ਬਖੂਬੀ ਸਮਝਦੀ ਹੂँ, और इसी करके मैं यही शायद मेरा गाना भी एक कथारसिस ਦਾ ਫਾਰਮ ਹੀ ਹੈ, ਕਿਉਂਕਿ ਜਦੋਂ ਬੰਦਾ ਆਪਣੇ ਅੰਦਰ ਫੀਲਿੰਗਸ ਨੂੰ ਰੱਖਦਾ ਹੈ, ਬੋਟਲ ਅਪ ਕਰਕੇ ਰੱਖਦਾ ਆਪਣੇ ਇਮੋਸ਼ਨਸ ਨੂੰ, ਤਾਂ ਉਹਦਾ ਬਾਹਰ ਨਿਕਲਣਾ ਜ਼ਾਹਿਰ ਹੈ, ਲੇਕਿਨ ਉਸਨੂੰ ਦੁਖੀ ਤਰੀਕੇ ਨਾਲ ਨਹੀਂ, ਆਪਾਂ ਨੂੰ ਕੁਝ ਵਧੀਆ ਤਰੀਕੇ ਨਾਲ ਬਾਹਰ ਉਭਾਰਨਾ ਹੈ। ਅਤੇ ਇਹ ਬੈਸਟ ਕਥਾਰਸਿਸ ਦਾ ਤਰੀਕਾ ਹੁੰਦਾ ਹੈ ਕਿ ਤੁਸੀਂ ਕੁਝ ਕ੍ਰੀਏਟਿਵ ਕਰੋ, ਔਰ ਕੁਝ ਨਹੀਂ ਤਾਂ ਆਪਣੇ ਲਈ ਕੁਝ ਸੋਹਣਾ ਸਟਿਚਿੰਗ ਸਿੱਖੋ, ਕੁਝ ਵਧੀਆ ਚੀਜ਼ ਸਿੱਖੋ, ਕੁਝ ਗੇਮ में इंडल्ज करो, कुछ अपने फ्रेंड्स नाल गलबात करो, लेकिन अकेले बंद कमरे में रोण नाल, डिप्रैस होने नाल, ਇਹਦੇ ਨਾਲ नहीं मिलता। माइंड ਨੂੰ खुश रखो अपना।
ਸਹੀ ਗੱਲ ਹੈ ਮੈਮ ਤੁਹਾਡੀ। ਸੋ ਮੈਮ ਆਉਣ ਵਾਲੇ ਟਾਈਮ 'ਚ ਹੋਰ ਕੀ ਖਾਸ ਤੁਹਾਡੇ ਵੱਲੋਂ ਜੋ ਹੈ ਫੈਨਸ ਨੂੰ ਦੇਖਣ ਨੂੰ ਮਿਲ ਸਕਦਾ ਹੈ? ਕੀ ਕੁਛ ਤਿਆਰ ਪਿਆ ਹੈ ਜਾਂ ਫਿਰ ਤੁਸੀਂ ਦੁਬਾਰਾ ਟਾਈਮ ਕੱਢੋਗੇ ਸਪੈਸ਼ਲ ਸ਼ੂਟਿੰਗਸ ਦੇ ਲਈ? ये तो राधा और कृष्ण का सीक्वल सीगा, मैं कंप्लीट कर लिया एक बारी। तो मैनू ये बड़ी खुशी है कि परमात्मा ने मेरा ये इंटरस्ट पूरा कराता। हुण थोड़ा जा जॉब वाल जिथे मैं हूँ उत्थे मैनू थोड़ा होर ध्यान देना हैगा। मैं थोड़ा जा अब इस पासे होर थोड़ा जा टाइम इत्थे लगाया, तो मैं अपने जॉब वाल और ख़ास तौर से इंडिया ਲਈ चैलेंजिंग सिचुएशन है इस वेले। पैंडमिक तो बाहर आप आ रहे हैं, हाउ टू रिवाइव द इकोनॉमी, हाउ टू डू अदर थिंग्स, फाइनेंसिस हैव टू बी मैनेज्ड, पीपल हैव टू बी मैनेज्ड। तो उहदे लई मैनू सरकार जिहड़ी भी पोस्ट ते रखदी है, मैं उत्थे कोशिश करूँगी कि हुण बेहतरी अपनी उस दे विच थोड़ा सा देण दी कोशिश करूँ। ਕਹਿੰਦੇ ਨੇ ਕਿ ਮਿਹਨਤ ਨਾਲ ਗੁੱਡਣਾ ਪੈਂਦਾ ਹੈ ਸੁਪਨਿਆਂ ਦੀ ਕਿਆਰੀ ਨੂੰ। ਸੋ ਮੈਮ ਬੜੇ ਹੀ ਬਿਹਤਰੀਨ ਤਰੀਕੇ ਦੇ ਨਾਲ, ਚਾਹੇ ਉਹ ਸਿੰਗਿੰਗ ਹੋਵੇ, ਚਾਹੇ ਉਹ ਲਿਖਤ ਹੋਵੇ, ਚਾਹੇ ਮੈਮ ਦੀ ਆਪਣੀ ਜੌਬ ਹੋਵੇ, ਬੜੇ ਕੌਨਫੀਡੈਂਟ ਨਾਲ, ਬੜੇ ਹੀ ਜਨੂਨ ਦੇ ਨਾਲ ਮੈਮ ਕੰਮ ਕਰਦੇ ਨੇ। ਸੋ ਮੈਮ ਜਾਂਦੇ ਜਾਂਦੇ ਮੈਂ ਇੱਕ ਵਾਰ ਜ਼ਰੂਰ ਤੁਹਾਨੂੰ ਕਹੂੰਗੀ ਕਿ ਜਿਹੜਾ ਲਾਸਟ ਤੁਹਾਡਾ ਭਜਨ ਆਇਆ ਸੀਗਾ ਉਹਦੇ ਨਾਲ ਅਸੀਂ ਹੈਪੀ ਐਂਡਿੰਗ ਕਰਦੇ ਹਾਂ ਆਪਣੀ ਇੰਟਰਵਿਊ ਦੀ। मैं तो रटूंगी राधा नाम ब्रज की गलियों में, मैं तो रटूंगी राधा नाम ब्रज की गलियों में, जय राधे 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 राधे। ਆਈ ਮਸਟ ਸੇ ਮੈਮ ਬਹੁਤ ਸੋਹਣੀ ਸਮਾਈਲ ਹੈ ਤੁਹਾਡੀ, ਬਹੁਤ ਸੋਹਣੀ। ਥੈਂਕ ਯੂ ਸੋ ਮਚ। ਆਈ ਥਿੰਕ ਮੈਨੂੰ ਤੁਹਾਡੀ ਸਮਾਈਲ ਬਹੁਤ ਸੋਹਣੀ ਲੱਗਦੀ ਹੈ, ਔਰ ਮੈਨੂੰ ਲੱਗਦਾ ਹੈ ਇੱਕ ਦੂਸਰੇ ਨੂੰ ਆਪਾਂ ਸਮਾਈਲ ਕਰਦੇ ਹੋ ਦੇਖਦੇ ਹਾਂ ਤਾਂ ਸਮਾਈਲਸ ਸਪਰੈਡ ਅਕ੍ਰੋਸ ਦ ਵਰਲਡ। ਮੈਂ ਇਹੀ ਚਾਹੁੰਦੀ ਹੂੰ, ਸ਼ਾਇਦ ਮੇਰੀ ਸਮਾਈਲ ਨਾਲ ਲੋਕੀ ਕਹਿੰਦੇ ਮੈਡਮ ਤੁਸੀਂ ਖੁਸ਼ ਰਹਿੰਦੇ ਹੋ, ਇਹੋ ਜੀ ਗੱਲ ਨਹੀਂ ਹੈ। ਦੁੱਖ ਸਾਡੇ ਸਾਰਿਆਂ ਕੋਲ ਹੈ, ਲੇਕਿਨ ਉਹਨੂੰ ਲੁਕੋ ਕੇ ਆਪ ਸਮਾਈਲ ਕਰਕੇ ਦੂਜਿਆਂ ਨੂੰ ਸਮਾਈਲ ਕਰਾਉਣਾ ਪੈਂਦਾ ਹੈ, ਔਰ ਇਹ ਸਾਨੂੰ ਕਰਨਾ ਚਾਹੀਦਾ ਸਾਰਿਆਂ ਨੂੰ। ਥੈਂਕ ਯੂ ਸੋ ਮਚ ਮੈਮ, ਤੁਸੀਂ ਨਿਊਜ਼ 18 ਦੇ ਨਾਲ ਖਾਸ ਤੌਰ ਤੇ ਜੁੜੇ ਅੱਜ। ਥੈਂਕ ਯੂ ਸੋ ਮਚ, ਥੈਂਕ ਯੂ ਵੈਰੀ ਮਚ। ਸੋ ਇਹ ਸੀ ਜੀ ਮੇਰੇ ਨਾਲ ਰਾਖੀ ਗੁਪਤਾ ਜੀ, ਜਿਨ੍ਹਾਂ ਦਾ ਤੁਸੀਂ ਭਜਨ ਵੀ ਸੁਣਿਆ ਹੈ ਔਰ ਪਹਿਲੇ ਭਜਨ ਨੂੰ ਵੀ ਉਨਾ ਹੀ ਪਿਆਰ ਦਿੱਤਾ ਸੀ, ਔਰ ਦੂਸਰਾ ਭਜਨ ਸੁਣ ਕੇ ਵੀ ਤੁਸੀਂ ਉਨਾ ਹੀ ਪਿਆਰ ਦੇ ਰਹੇ ਹੋ। ਸੋ ਉਮੀਦ ਕਰਦੇ ਹਾਂ ਕਿ ਉਨਾ ਹੀ ਵਾਇਰਲ ਹੋਏਗਾ ਜਿੰਨਾ ਪਹਿਲਾਂ ਹੋਇਆ ਸੀਗਾ। ਸੋ ਇਹਨਾਂ ਨੇ ਬਹੁਤ ਅੱਛੇ ਮੈਸੇजेस ਦਿੱਤੇ ਨੇ ਇਸ ਇੰਟਰਵਿਊ ਦੇ ਦੌਰਾਨ। ਮੈਨੂੰ ਲੱਗਦਾ ਕਿ ਪੂਰੀ ਦੀ ਪੂਰੀ ਇੰਟਰਵਿਊ ਹੀ ਮੈਸੇਜ ਸੀ। ਸੋ ਜ਼ਰੂਰ ਤੁਸੀਂ ਇਸ ਇੰਟਰਵਿਊ ਨੂੰ ਦੇਖੋ ਤੇ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਸੰਦੀਪ ਦੇ ਨਾਲ ਮਨਪ੍ਰੀਤ ਖੁੱਲਰ, ਨਿਊਜ਼ 18 ਚੰਡੀਗੜ੍ਹ।